ਵੇਖਣ ਤੇ ਸੁਣਨ ਵਾਲੇ ਭਰਾਵਾਂ ਨੂੰ ਫੈਸਲ ਜ਼ੁਬੈਰ ਕੰਬੋਜ ਦਾ ਅਸਲਾਮ ਅਲੈਕਮ। ਸਾਡੇ ਚੈਨਲ ਦਾ ਨਾਮ ਹੈ ਚਿਸ਼ਤੀਆਂ ਗੋਟ ਫਾਰਮ। ਮੇਰੇ ਵੇਖਣ ਵਾਲੇ ਵੀਰੋ, ਅੱਜ ਅਸੀਂ ਗੱਲ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਗੋਟ ਫਾਰਮਿੰਗ ਨਾਕਾਮ ਹੋਣ ਦੀ ਵਜੂਹਾਤ ਕੀ ਨੇ। ਕਿਉਂਕਿ ਮੈਂ ਅੱਗੇ ਵੀਡੀਓ ਕੀਤੀ ਸੀ ਕਿ ਪਾਕਿਸਤਾਨ 'ਚ ਤਕਰੀਬਨ ਗੋਟ ਫਾਰਮਿੰਗ ਜਿਹੜੀ ਉਹ ਨਾਕਾਮ ਹੈ। ਖਾਸ ਕਰ ਇਹਦੀਆਂ ਤਿੰਨ ਕਿਸਮਾਂ। ਪਹਿਲਾਂ ਸਮਝ ਲਓ, ਇੱਕ ਚਰਾਈ ਕਰਾਉਣਾ, ਉਹ ਕਾਮਯਾਬ ਹੈ, ਮੈਂ ਦੱਸਿਆ ਸੀ, ਲੇਕਿਨ ਉਹਦੇ ਵਿੱਚ ਵੀ ਲੋਕ ਉਹਨਾਂ ਕਮਾ ਨਹੀਂ ਰਹੇ ਜਿੰਨਾ ਕਮਾਉਣਾ ਚਾਹੀਦਾ। ਉਹਦੀ ਵਜ੍ਹਾ ਵੀ ਦੱਸਾਂਗਾ। ਦੂਸਰਾ ਤਰੀਕਾ ਹੈ ਕਿ ਅਸੀਂ ਆਪਣੀ ਫਾਰਮਿੰਗ ਕਰਦੇ ਪਏ ਹਾਂ, ਬਿਲਕੁਲ ਜਿਵੇਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਬਾੜਾ, ਕਿ ਉਹਨਾਂ ਨੂੰ ਢੱਕ ਕੇ ਸਬਜ਼ ਪੱਠੇ ਪਾਉਣਾ। ਤੀਸਰਾ ਤਰੀਕਾ ਹੈ ਸਬਜ਼ ਪੱਠੇ ਦੀ ਬਜਾਏ ਅਸੀਂ ਹੇ ਦਾ ਇਸਤੇਮਾਲ ਕਰਨਾ ਜਾਂ ਵੰਡੇ ਦਾ ਇਸਤੇਮਾਲ ਕਰਨਾ। ਹੁਣ ਸ਼ੁਰੂ ਕਰਦੇ ਹਾਂ ਕਿ ਕਿਹੜੀ ਪਹਿਲੀ ਵਜ੍ਹਾ ਹੈ ਕਿ ਜਿਹਦੀ ਵਜ੍ਹਾ ਤੋਂ ਸਾਡੀ ਗੋਟ ਫਾਰਮਿੰਗ ਨਾਕਾਮ ਹੈ। ਪਹਿਲੀ ਵਜ੍ਹਾ ਹੈ ਅਖਰਾਜਾਤ ਦਾ ਜ਼ਿਆਦਾ ਹੋਣਾ। ਯਾਨੀ ਜਿਹੜੇ ਭਰਾ ਵੀ ਫਾਰਮਿੰਗ ਕਰਦੇ ਪਏ, ਮੈਂ ਤੁਹਾਨੂੰ ਇੱਕ ਹਿਸਾਬ ਸਮਝਾਉਣਾ, ਤੁਹਾਡੇ ਗੱਲ ਫੌਰਨ ਜ਼ਿਹਨ 'ਚ ਆ ਜਾਏਗੀ ਕਿ ਸਾਡੇ ਅਖਰਾਜਾਤ ਹੀ ਜ਼ਿਆਦਾ। ਮਸਲਨ ਹੇ ਤੋਂ ਗੱਲ ਸਟਾਰਟ ਕਰਦੇ, ਹੇ 3000 ਰੁਪਏ ਮਣ ਮਿਲਦੀ ਪਈ ਹੈ ਔਰ ਤਕਰੀਬਨ ਬੱਕਰੀ 2 ਕਿਲੋ ਜਿਹੜੀ ਉਹ ਡੇਲੀ ਖਾ ਜਾਂਦੀ। 75 ਰੁਪਏ ਕਿਲੋ ਪੈਂਦੀ ਤਕਰੀਬਨ। 150 ਰੁਪਏ ਦੀ ਜਿਹੜੀ ਆ ਉਹ ਬੱਕਰੀ ਡੇਲੀ ਹੇ ਖਾ ਜਾਂਦੀ, ਈਜ਼ੀਲੀ 2 ਕਿਲੋ ਖਾ ਜਾਂਦੀ। ਹੁਣ ਅਗਰ ਇਸ 2 ਕਿਲੋ ਨੂੰ ਅਸੀਂ ਮਹਾਨਾ 150 ਨੂੰ ਜ਼ਰਬ ਦਈਏ 30 ਨਾਲ, ਤੇ ਇਹ ਤਕਰੀਬਨ 4500 ਰੁਪਇਆ ਮਹਾਨਾ ਬਣਦਾ ਔਰ ਇਹ ਸਾਲਾਨਾ ਬਣਦਾ 54000 ਰੁਪਇਆ। 54000 ਰੁਪਇਆ ਜਿਹੜੀ ਬੱਕਰੀ ਖਾ ਗਈ ਆ, ਉਹਨੇ ਫਰਜ਼ ਕਰੋ ਕਿ ਇੱਕ ਬੱਚਾ ਪੈਦਾ ਕੀਤਾ। ਅਗਰ ਉਹ ਬੱਚਾ ਜ਼ਿੰਦਾ ਵੀ ਰਹਿੰਦਾ, ਅੱਲਾ ਉਹਨੂੰ ਤੰਦਰੁਸਤੀ ਵੀ ਦਿੰਦਾ, ਤੇ ਮੈਂ ਗਾਰੰਟੀ ਦੇਣਾ ਕਿ ਤੁਸੀਂ ਮੈਨੂੰ 54000 ਬੱਕਰੀ ਨੂੰ ਸਾਲ ਦਾ ਖੜਾ ਕੇ ਉਹਦੇ 'ਚੋਂ ਕਮਾ ਕੇ ਤਾਂ ਵਿਖਾ ਦਿਓ। ਇਹ ਹਜੇ ਸਿਰਫ ਹੇ ਦੀ ਗੱਲ ਹੋ ਰਹੀ ਹੈ, ਵੰਡੇ ਦੀ ਨਹੀਂ ਹੋ ਰਹੀ। ਅਗਲੀ ਤੁਸੀਂ ਆਪੇ ਹੀ ਸਮਝ ਜਾਣਾ। ਹੁਣ ਇਹਦੇ ਬਦਲੇ 'ਚ ਮੈਂ ਤੁਹਾਨੂੰ ਦੱਸਣਾ ਕਿ ਮੈਂ ਕਿਹੜਾ ਤਰੀਕਾ ਇਸਤੇਮਾਲ ਕਰ ਰਿਹਾ ਔਰ ਮੇਰਾ ਕਿੰਨਾ ਖਰਚਾ ਆ ਰਿਹਾ। ਮਸਲਨ ਮੈਂ ਅੱਜ ਹੀ ਇੱਕ ਜੰਤਰ ਦਾ ਏਕੜ ਖਰੀਦਿਆ। ਸਾਡੇ 1 ਕਿੱਲਾ ਜੰਤਰ ਦਾ ਜਿਹੜਾ ਨਾ ਉਹ 20 ਤੋਂ 30 ਹਜ਼ਾਰ ਦੇ ਦਰਮਿਆਨ ਮਿਲ ਜਾਂਦਾ, ਕਿਉਂਕਿ ਸਾਡੇ ਇੱਥੇ ਬਾਰਾਨੀ ਕਾਸ਼ਤ ਕੀਤਾ ਜਾਂਦਾ। ਉੱਤੇ ਬੀਜ ਤੇ ਵਹਾਈ ਤੋਂ ਇਲਾਵਾ ਕੋਈ ਖਰਚ ਨਹੀਂ ਹੁੰਦਾ ਔਰ ਲੋਕ ਇਸ ਨਜ਼ਰ ਨਾਲ ਇਹਨੂੰ ਕਾਸ਼ਤ ਕਰਦੇ ਕਿ ਜ਼ਮੀਨ ਜ਼ਰਖੇਜ਼ ਹੋ ਜਾਵੇ ਤੇ ਅਗਲੀ ਫਸਲ ਅੱਛੀ ਹੁੰਦੀ। ਮੈਂ 22000 ਰੁਪਏ ਦਾ ਉਹਨੂੰ ਖਰੀਦਿਆ, 22000 ਰੁਪਏ ਦਾ, ਔਰ ਮੈਨੂੰ ਪਤਾ ਇਸ ਨੇ ਤਕਰੀਬਨ 1 ਮਹੀਨਾ ਮੇਰੀ 50 ਬੱਕਰੀਆਂ ਨੂੰ ਰਜਾਈ ਰੱਖਣਾ। ਹੁਣ ਅਗਰ ਇਹਦਾ ਹਿਸਾਬ ਕਰੀਏ ਤੇ ਇਹ ਜਨਾਬ, ਅਗਰ ਤੁਸੀਂ 30 ਦਿਨ ਨਾਲ ਜ਼ਰਬ ਦਿਓ ਤੇ ਇੱਕ ਦਿਨ ਦਾ ਖਰਚਾ ਮੇਰਾ ਜਿਹੜਾ 22000 ਰੁਪਏ ਦਾ ਮੈਂ ਏਕੜ ਖਰੀਦਿਆ, ਉਹ 733 ਰੁਪਇਆ ਮੇਰਾ 50 ਬੱਕਰੀਆਂ ਦਾ ਖਰਚਾ ਬਣਦਾ। ਔਰ 50 ਨੂੰ ਅਗਰ ਮੈਂ ਫਿਰ 733 ਨੂੰ 50 ਨਾਲ ਤਕਸੀਮ ਕਰ ਦੇਵਾਂ, 14.5 ਰੁਪਇਆ ਫੀ ਬੱਕਰੀ ਮੇਰਾ ਖਰਚ ਹੁੰਦਾ। ਕਿੰਨਾ? 14.5 ਰੁਪਇਆ। ਜਦਕਿ ਹੇ ਮੁਕਾਬਲੇ 'ਚ ਕਿੰਨੇ ਦੀ? ਹੇ ਮੁਕਾਬਲੇ 'ਚ 150 ਰੁਪਇਆ ਡੇਲੀ ਦਾ ਖਰਚਾ। ਇਹ 14.5 ਰੁਪਏ। ਹੁਣ ਇਹਨੂੰ ਅਗਰ ਮੈਂ ਜ਼ਰਬ ਦੇਣਾ 30 ਦੇ ਨਾਲ, ਔਰ ਇਹ ਯਾਨੀ ਐਵੇਂ ਫਰਜੀ ਅਦਾਦੋ ਸ਼ੁਮਾਰ ਨਹੀਂ, ਇਹ ਹਕੀਕੀ ਨੇ, ਮੈਂ ਕਰਦਾ ਪਿਆ ਔਰ ਪ੍ਰੈਕਟੀਕਲੀ ਦੱਸਦਾ ਪਿਆ। ਇਹ ਮਹਾਨਾ ਮੇਰਾ ਫੀ ਬੱਕਰੀ ਜਿਹੜੀ ਜਨਾਬ ਉਹ 450 ਰੁਪਏ ਖਾਂਦੀ ਔਰ ਇਹ ਸਾਲਾਨਾ ਮੇਰਾ ਬਣਦਾ ਬੱਕਰੀ ਦਾ 5400 ਰੁਪਇਆ। ਔਰ ਅਗਰ ਇਸ 5400 ਨੂੰ ਮੈਂ ਜਿਹੜਾ ਆਪਣੀ ਡਾਇਰੀ 'ਤੇ ਹਿਸਾਬ ਕੱਢਿਆ, ਉਹ ਤਕਰੀਬਨ ਮੇਰਾ ਬਣਦਾ 9000 ਦੇ ਉੱਪਰ ਨੀਚੇ। ਉਹਦੇ ਵਿੱਚ ਤੁਸੀਂ ਬੱਕਰੀ ਨੂੰ ਜਿਹੜਾ ਮੈਂ ਕੇਅਰ ਕਰਦਾ, ਗੱਭਣ ਨੂੰ ਕਦੇ ਕਦੇ ਵੰਡਾ ਖਵਾਉਣਾ ਪੈ ਜਾਂਦਾ, ਜਾਂ ਸਰਦੀ 'ਚ ਜਦੋਂ ਪੱਠੇ ਅਵੇਲੇਬਲ ਨਹੀਂ ਹੁੰਦੇ ਉਦੋਂ ਉਹਦੇ 'ਚ ਤੇਲ, ਘਿਓ, ਦਵਾਈ, ਮੈਡੀਸਨ ਪਾ ਕੇ ਤੁਸੀਂ 10000 ਰੁਪਇਆ ਲਾਓ। ਹੁਣ ਮੇਰਾ ਖਰਚਾ ਸਾਲਾਨਾ 10000 ਰੁਪਇਆ ਹੋਇਆ, ਜਦਕਿ ਮੇਰੇ ਮੁਕਾਬਲੇ ਦੇ ਵਿੱਚ ਜਿਹੜਾ ਭਰਾ ਹੇ ਖਵਾ ਰਿਹਾ ਉਹਦਾ 54000 ਰੁਪਇਆ ਖਰਚਾ ਹੋਇਆ। ਯਾਨੀ ਉਹ ਖਰਚੇ ਦੇ ਵਿੱਚ ਹੀ ਮੇਰੇ ਨਾਲੋਂ 44000 ਰੁਪਇਆ ਜਿਹੜਾ ਵਾ ਉਹਨੇ ਮੇਰੇ ਤੋਂ ਖਰਚੇ ਹੀ ਜ਼ਿਆਦਾ ਕਰ ਲਿਆ ਔਰ ਮੈਂ ਖਰਚੇ 'ਚ ਹੀ 44000 ਰੁਪਇਆ ਕਮਾ ਲਿਆ। ਹੁਣ ਅਗਰ ਮੇਰੀ ਬੱਕਰੀ ਇੱਕ ਬੱਚਾ ਵੀ ਪੈਦਾ ਕਰਦੀ ਹੈ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਕਿਆ ਉਹ 10000 ਰੁਪਏ ਦਾ ਵੀ ਨਹੀਂ ਵਿਕੇਗਾ। ਇਨਸ਼ਾ ਅੱਲਾਹ ਤਾਲਾ ਈਜ਼ੀਲੀ 30 ਤੋਂ 35000 ਦਾ 4 ਮਹੀਨੇ ਦਾ ਵਿਕ ਜਾਏਗਾ। ਇਹ ਹੈ ਮੇਰਾ ਤਰੀਕਾ। ਔਰ ਅਗਰ ਮੈਂ ਲੂਸਣ 'ਤੇ ਜਾਵਾਂ, ਸਭ ਹਿਸਾਬ ਲਾਵਾਂ, ਤੇ ਮੇਰਾ ਖਰਚਾ ਤਕਰੀਬਨ ਬੱਕਰੀ ਦਾ ਜਿਹੜਾ ਉਹ ਸਾਲਾਨਾ 10000 ਰੁਪਏ ਤੋਂ ਵੀ ਕਮ ਹੁੰਦਾ। ਯਾਨੀ ਪਹਿਲੀ ਫਾਰਮਿੰਗ ਨਾਕਾਮ ਹੋਣ ਦੀ ਵਜ੍ਹਾ ਜ਼ਿਹਨ 'ਚ ਸਮਝ ਲਓ ਕਿ ਸਾਡਾ ਖਰਚਾ ਹੀ ਸਾਡੀ ਬੱਕਰੀ ਦੀ ਪੈਦਾਵਾਰ ਤੋਂ ਜ਼ਿਆਦਾ ਹੋ ਜਾਂਦਾ, ਜਿਸ ਵਜ੍ਹਾ ਤੋਂ ਅਸੀਂ ਨਾਕਾਮ ਹੋ ਜਾਂਦੇ। ਹੁਣ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਹੇ ਆਖਰ ਕਿੱਥੋਂ ਆਈ, ਇਹਦਾ ਰਿਵਾਜ ਕਿਉਂ ਪਿਆ। ਯਾਰ ਅੱਗੇ ਵੀ ਦੱਸਿਆ ਕਿ ਹੇ ਜਦੋਂ ਜਿਹੜੇ ਸਾਡੇ ਮਸਲਨ ਸ਼ਮਾਲੀ ਇਲਾਕਾ ਜਾਤ ਹੈ ਜਾਂ ਉਹ ਇਲਾਕੇ ਜਿੱਥੇ ਲੂਸਣ ਨਹੀਂ ਹੁੰਦਾ, ਉੱਥੇ ਮਜਬੂਰੀ ਆ, ਲਿਹਾਜ਼ਾ ਫਿਰ ਉੱਥੇ ਖੁਸ਼ਕ ਲੂਸਣ ਨੂੰ ਖੜ ਕੇ ਇਸਤੇਮਾਲ ਕੀਤਾ ਜਾਂਦਾ
ਵਰਨਾ ਅਗਰ ਤੁਹਾਨੂੰ ਸਬਜ਼ ਲੂਸਣ ਅਵੇਲੇਬਲ ਹੈ ਤੇ ਇਹਦੇ ਵਰਗਾ ਮਜ਼ਾ ਬਿਲਕੁਲ ਨਹੀਂ ਹੈ। ਹੁਣ ਇਹਦੇ ਵਿੱਚ ਇੱਕ ਦੂਸਰਾ ਸਵਾਲ ਵਿੱਚ ਹੀ ਇਹਦੇ ਆ ਜਾਂਦਾ ਕਿ ਕਿਆ ਸਾਨੂੰ ਚਾਰਾ ਮੁੱਲ ਲੈ ਕੇ ਸਬਜ਼ ਪਾਉਣਾ ਚਾਹੀਦਾ? ਬਿਲਕੁਲ ਨਹੀਂ, ਉਹ ਵੀ ਤੁਹਾਨੂੰ ਹੇ ਤਰ੍ਹਾਂ ਹੀ ਮਹਿੰਗਾ ਪਏਗਾ, ਬਲਕਿ ਉਹਦੇ ਤੋਂ ਵੀ ਮਹਿੰਗਾ। ਅਗਲਾ ਸਵਾਲ ਕਿ ਸਾਡੀ ਜ਼ਮੀਨ ਨਹੀਂ ਹੈ। ਮੈਂ ਅਰਜ਼ ਕਰਦਾ ਜ਼ਮੀਨ ਠੇਕੇ ਤੇ ਲੈ ਲਓ। ਠੇਕੇ ਤੇ ਲੈ ਕੇ ਵੀ ਜਬ ਤੱਕ ਅਗਰ ਤੁਸੀਂ ਬੱਕਰੀ ਫਾਰਮਿੰਗ ਕਰਨੀ ਆ ਤੇ 3 ਚੀਜ਼ਾਂ 'ਚ ਤੁਹਾਨੂੰ ਮਾਹਿਰ ਹੋਣਾ ਪਏਗਾ। ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਹਾਨੂੰ ਚਾਰਾ ਖਾਸ ਕਰ ਲੂਸਣ ਦਾ ਮਾਸਟਰ ਬਣਨਾ ਪਏਗਾ, ਲੂਸਣ ਉਗਾਉਣ ਦਾ, ਲੂਸਣ ਪਾਲਣ ਦਾ। ਦੂਸਰਾ ਤੁਹਾਨੂੰ ਜਿਹੜਾ ਬੱਕਰੀ ਦੀ ਦਾਈ ਬਣਨਾ ਪਏਗਾ, ਕਿਉਂਕਿ ਬੱਕਰੀ ਦੀ ਤੁਸੀਂ ਡਿਲੀਵਰੀ ਕਰਾਣੀ, ਤੁਹਾਡਾ ਦਾਈ ਹੋਣਾ ਜ਼ਰੂਰੀ ਹੈ। ਤੀਸਰੀ ਮੈਂ ਗੱਲ ਅੱਗੇ ਕਰ ਦਿੱਤੀ ਸੀ ਕਿ ਤੁਸੀਂ ਬਤੌਰ ਲੇਬਰ ਵੀ ਕੰਮ ਕਰ ਸਕਦੇ ਹੋਵੋ। ਇਹ ਇਹਨਾਂ ਜ਼ਿਹਨ 'ਚ ਰਹੇ ਕਿ ਕੱਪੜੇ ਖ਼ਰਾਬ ਨਾ ਹੋਣ, ਵਰਨਾ ਕਾਮਯਾਬ। ਪਹਿਲੀ ਵਜ੍ਹਾ ਕਿ ਸਾਡੇ ਅਖਰਾਜਾਤ ਹੀ ਜ਼ਿਆਦਾ, 4 ਆਨਿਆਂ ਦੀ ਸਾਡੀ ਘੋੜੀ ਹੈ ਤੇ 12 ਆਨਿਆਂ ਦੀ ਅਸੀਂ ਉਹਨੂੰ ਲਗਾਮ ਪਾ ਦੇਣੇ। ਪਹਿਲੀ ਵਜ੍ਹਾ ਹੋ ਗਈ ਇਹ। ਹੁਣ ਆ ਜਾਓ ਦੂਸਰੀ ਵਜ੍ਹਾ। ਦੂਸਰੀ ਵਜ੍ਹਾ ਜਿਹੜੀ ਆ ਉਹ ਸਰਦੀਆਂ ਦੇ ਵਿੱਚ ਅਸੀਂ ਆਪਣੀ ਬੱਕਰੀ ਨੂੰ ਡਰਦੇ ਕਰਾਸ ਹੀ ਨਹੀਂ ਕਰਾਉਂਦੇ ਵੀ ਅਗਰ ਸਰਦੀ ਦੇ ਵਿੱਚ ਸੂ ਪਈ ਤੇ ਜਨਾਬ ਉਹ ਬੱਚੇ ਮਰ ਜਾਣਗੇ। ਹਾਲਾਂਕਿ ਮੇਰੇ ਖੁਦ ਪਿਛਲੇ ਸਾਲ, ਮੈਂ ਯੂਰਪ ਦੀ ਕੋਈ ਮਿਸਾਲ ਨਹੀਂ ਦੇ ਰਿਹਾ, ਹਾਲਾਂਕਿ ਉੱਥੇ ਟੈਂਪਰੇਚਰ ਮੰਨਫੀ 'ਚ ਹੁੰਦਾ। ਅਗਰ ਅਸੀਂ ਬੱਕਰੀ ਕਰਾਸ ਨਹੀਂ ਕਰਾਉਂਦੇ, ਸਰਦੀ ਵਾਲੇ ਬੱਚੇ ਨਹੀਂ ਲੈਂਦੇ, ਤੇ ਇਹਦਾ ਸਿੱਧਾ ਮਤਲਬ ਇਹ ਹੋਇਆ ਕਿ ਅਸੀਂ ਸਾਲ ਦੇ ਵਿੱਚ ਬਮੁਸ਼ਕਲ ਇੱਕ ਸੂਆ ਹੀ ਲੈ ਸਕਾਂਗੇ। ਬਮੁਸ਼ਕਲ ਅਸੀਂ ਆਪਣਾ ਇੱਕ ਸੂਆ ਹੀ ਜ਼ਾਇਆ ਕਰ ਲਿਆ। ਤੇ ਉਹਦੇ ਤੋਂ ਬਿਹਤਰ ਇਹ ਨਹੀਂ ਕਿ ਅਸੀਂ ਆਪਣੇ ਫਾਰਮ ਦੇ ਵਿੱਚ, ਤੁਸੀਂ ਸਾਹਮਣੇ ਵੇਖੋ, ਮੈਂ ਇੱਕ ਕਮਰਾ ਅਲੱਗ ਬਣਾਇਆ ਹੋਇਆ, ਜਿਹੜਾ ਛੋਟਾ ਦਰਵਾਜ਼ਾ ਤੁਹਾਨੂੰ ਨਜ਼ਰ ਆ ਰਿਹਾ, ਉਹਦੇ ਵਿੱਚ ਮੈਂ ਕਮਰੇ ਦੇ ਵਿੱਚ ਜਿਹੜੀ ਬੱਕਰੀ ਪੈਦਾ ਸੂੰਦੀ ਹੈ ਉਹਨੂੰ ਉੱਥੇ ਡਿਲੀਵਰ ਕਰਾ ਕੇ ਟੋਕਰੇ ਰੱਖੇ ਆ, ਦੁੱਧ ਸ਼ੁੱਧ ਪਿਆ ਕੇ ਲੇਲੇ ਨੂੰ ਟੋਕਰੇ ਥੱਲੇ ਢੱਕ ਦਈਦਾ। ਉਹ ਕਮਰਾ ਇੰਨਾ ਕੁ ਖੁੱਲ੍ਹਾ ਹੈ ਕਿ ਅਗਰ ਧੁੱਪ ਨਹੀਂ ਵੀ ਨਿਕਲਦੀ ਤੇ ਮੈਂ ਉਹਨਾਂ ਬੱਚਿਆਂ ਨੂੰ ਉੱਥੇ ਹੀ ਖੁਰਲੀ 'ਚ ਕੋਈ ਨਾ ਕੋਈ ਚੀਜ਼ ਸੁੱਟ ਦੇਣਾ ਤਾਂ ਕਿ ਉਹਨਾਂ ਨੂੰ ਪੱਠੇ ਛੱਠੇ ਖਾਣ ਦੀ ਆਦਤ ਪਏ। ਯਾਨੀ ਸਵਾਲ ਦੂਸਰੀ ਨਾਕਾਮੀ ਦੀ ਵਜ੍ਹਾ ਹੈ ਕਿ ਅਸੀਂ ਸਰਦੀ ਦੇ ਵਿੱਚ ਆਪਣੇ ਬੱਚੇ ਮਰਵਾ ਲੈਨੇ ਬਹੁਤ ਜ਼ਿਆਦਾ। ਸਾਡੇ ਬੱਚੇ ਔਰ ਮਰ ਕਿਉਂ ਜਾਂਦੇ ਨੇ ਕਿ ਅਸੀਂ ਸਾਰਾ ਫਾਰਮ ਬਣਾ ਲੈਨੇ, ਅਸੀਂ ਇੱਕ ਅਲੱਗ ਡਿਲੀਵਰੀ ਰੂਮ ਨਹੀਂ ਬਣਾਉਂਦੇ, ਜਿਹੜਾ ਕਿ ਸਾਨੂੰ ਬਣਾਉਣਾ ਪਏਗਾ। ਮੈਂ ਅਲਹਮਦੁਲਿਲਾ ਮੇਰੇ ਵਰਗੇ 47 ਬੱਚੇ ਅੱਲਾ ਨੇ ਸਰਦੀ 'ਚ ਸਾਰੇ ਪੈਦਾ ਬੱਕਰੀਆਂ ਨੇ ਕੀਤੇ ਸੀ। ਉਹਨਾਂ ਦੇ ਵਿੱਚੋਂ ਇੱਕ ਬੱਚਾ ਐਕਸਪਾਇਰ ਹੋਇਆ ਸੀ, ਉਹ ਵੀ ਜਿਹੜਾ ਬੱਕਰੀ ਕੋ 2 ਦਿਨ ਜਲਦ ਸੂ ਪਈ ਸੀ। ਇਹ ਹੋ ਗਿਆ ਸਾਡਾ ਸਵਾਲ ਦਾ ਜਵਾਬ। ਦੂਸਰੀ ਨਾਕਾਮੀ ਦੀ ਮੇਨ ਵਜ੍ਹਾ ਕਿ ਸਾਡੇ ਵੱਡੇ ਫਾਰਮਰ ਵੀ ਇਸ ਗੱਲ ਦੀ ਵਕਾਲਤ ਕਰਦੇ ਕਿ ਸਰਦੀ ਦੇ ਵਿੱਚ ਬੱਚੇ ਜਿਹੜੇ ਆ ਉਹ ਸਾਡੇ ਜਨਾਬ ਮਰ ਜਾਂਦੇ ਸਰਦੀ ਤੋਂ, ਜਦ ਕਿ ਯੂਰਪ ਦੇ ਵਿੱਚ ਔਰ ਤੁਹਾਡੇ ਜਿਹੜੇ ਸ਼ਮਾਲੀ ਇਲਾਕਾ ਜਾ ਤੇ ਉਹਨਾਂ ਦੇ ਵਿੱਚ ਸਰਦੀ ਤੇ ਤੁਹਾਡੀ ਗਰਮੀ ਦੇ ਵਿੱਚ ਸਰਦੀਆਂ ਜਿੰਨੀ ਹੁੰਦੀ ਹੈ। ਮਤਲਬ ਹੈ ਕਿ ਦੂਸਰੀ ਵਜ੍ਹਾ ਕਿ ਅਸੀਂ ਆਪਣੇ ਬੱਚੇ ਬਹੁਤ ਜ਼ਿਆਦਾ ਮਰਵਾ ਲੈਨੇ, ਸਾਡੇ ਕੋਲ ਅਮਵਾਤ ਹੀ ਕੰਟਰੋਲ ਨਹੀਂ ਹੁੰਦੀਆਂ। ਤੀਸਰੀ ਵਜ੍ਹਾ ਬਹੁਤ ਹੀ ਬੁਨਿਆਦੀ ਆ ਔਰ ਉਹ ਇਹ ਆ ਕਿ ਜਦੋਂ ਅਸੀਂ ਫਾਰਮਿੰਗ ਸਟਾਰਟ ਕਰਨ ਲਈ ਬੱਕਰੀਆਂ ਖਰੀਦਨੇ ਆ ਨਾ, ਸਾਡਾ ਬੱਕਰੀਆਂ ਖਰੀਦਣ ਦਾ ਹੀ ਤਰੀਕਾ ਗਲਤ ਹੁੰਦਾ। ਉਹਦੇ ਤੇ ਮੈਂ ਅੱਗੇ ਵੀ ਵੀਡੀਓ ਕੀਤੀ, ਸੁਣ ਲੈਣਾ। ਉਹਦੇ 'ਚ ਇਹ ਹੁੰਦਾ ਕਿ ਅਸੀਂ ਅਗਰ 10 ਬੱਕਰੀਆਂ ਖਰੀਦੀਆਂ ਨਾ ਤੇ 3 ਬੱਕਰੀਆਂ ਸਾਡੀਆਂ ਸਿਰੇ ਤੋਂ ਹੀ ਬੇਕਾਰ ਹੁੰਦੀਆਂ ਨੇ। ਯਾਨੀ ਕੋਈ 1.5 ਸਾਲ ਸੂ ਨਹੀਂ ਰਹੀ, ਕੋਈ ਸੂ ਰਹੀ ਆ ਤੇ ਉਹ ਜਿਵੇਂ ਅਠਰਾ ਹੁੰਦਾ ਬੱਚੇ ਹੀ ਮਰਦੇ ਪਏ ਨੇ, ਕੋਈ ਫਲ ਗਿਰਾਈ ਜਾ ਰਹੀ ਆ। ਸਾਨੂੰ ਆਪਣੀ ਬੱਕਰੀ ਖਰੀਦਣ ਦਾ ਬਿਹਤਰੀਨ ਤਰੀਕਾ ਹੈ ਕਿ ਤੁਸੀਂ ਮਕਾਮੀ ਖਰੀਦੋ, ਬੇਸ਼ੱਕ ਤੁਹਾਨੂੰ ਮਹਿੰਗੀ ਮਿਲ ਜਾਵੇ। ਔਰ ਅਗਰ ਤੁਹਾਡਾ ਟਾਰਗੇਟ ਹੈ ਕਿ ਤੁਸੀਂ 50 ਬੱਕਰੀਆਂ ਜਿਹੜੀਆਂ ਵਾ 8 ਦਿਨ 'ਚ ਜਾਂ ਮਹੀਨੇ 'ਚ ਖਰੀਦਣੀਆਂ, ਤੇ ਫਜ਼ੂਲ ਜ਼ਿੱਦ 'ਚੋਂ ਬਾਹਰ ਨਿਕਲੋ। ਇਹ ਜ਼ਿੱਦ ਨੂੰ ਛੋੜ ਕੇ ਤੁਸੀਂ ਇਹ ਕਰੋ ਕਿ ਤੁਸੀਂ ਉਹ 50 ਬੱਕਰੀਆਂ ਤੁਸੀਂ ਜਿਹੜੀਆਂ ਮਹੀਨੇ ਦੀ ਬਜਾਏ 5 ਮਹੀਨੇ 'ਚ ਖਰੀਦ ਲਓ, ਲੇਕਿਨ ਹੌਸਲੇ ਨਾਲ ਔਰ ਤਸੱਲੀ ਨਾਲ ਔਰ ਪਰਖ ਕੇ ਬੱਕਰੀ ਨੂੰ ਖਰੀਦੋ, ਕਿਉਂਕਿ ਬੱਕਰੀ ਹੀ ਤੁਹਾਡੀ ਫੈਕਟਰੀ ਹੈ ਜਿਹਨੇ ਅੱਗੇ ਬੱਚੇ ਪੈਦਾ ਕਰਨੇ ਆ। ਔਰ ਅਗਰ ਤੁਸੀਂ ਆਪਣੇ ਬੱਚੇ ਬਚਾ ਲੈਂਦੇ ਹੋ, ਆਪਣੇ ਅਖਰਾਜਾਤ ਕੰਮ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਆਪਣਾ ਚਾਰਾ ਕਾਸ਼ਤ ਕਰਨਾ ਔਰ ਸਬਜ਼ ਖਿਲਾਣਾ। 2 ਮਹੀਨੇ ਸਰਦੀ ਵਾਸਤੇ ਤੁਸੀਂ ਕੁੱਟਲ ਛੁੱਟਲ ਦਾ ਬੰਦੋਬਸਤ ਕਰਨਾ। ਇਨਸ਼ਾਅੱਲਾ ਤਾਲਾ ਅਗਰ ਇਹ 3 ਚੀਜ਼ਾਂ ਤੁਸੀਂ ਕਰ ਲੋਗੇ, ਆਪਣੇ ਅਖਰਾਜਾਤ ਨੂੰ ਕੰਮ, ਜਿਹੜਾ ਕਿ ਮੈਂ ਤੁਹਾਨੂੰ ਹੈਰਤ ਅੰਗੇਜ਼ ਫ਼ਰਕ ਦੱਸਿਆ ਔਰ ਇਹ ਮੇਰਾ ਜ਼ਾਤੀ ਤਜਰਬਾ, ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ। ਦੂਸਰਾ ਜਨਾਬ, ਤੁਸੀਂ ਆਪਣੇ ਬੱਚਿਆਂ ਦੀ ਅਮਵਾਤ ਨੂੰ ਕੰਮ ਕਰਨਾ ਔਰ ਉਹਦਾ ਬਿਹਤਰੀਨ ਤਰੀਕਾ ਕਿ ਇੱਕ ਅਲੱਗ ਕਮਰਾ ਬਣਾਉਣਾ ਛੋਟਾ ਜਿਹਾ, ਜਿਹਦੇ ਵਿੱਚ ਫਿਰ ਤੁਸੀਂ ਟੋਕਰਾ ਮਿਲਦਾ ਵਾ ਇੱਕ, ਉਹ ਇਸਤੇਮਾਲ ਕਰਨਾ, ਉਹਦੇ ਥੱਲੇ ਢੱਕ ਕੇ ਤੂੜੀ ਪਾ ਕੇ ਉੱਤੇ ਤੁਸੀਂ ਕੱਪੜਾ ਦੇ ਦੇਣਾ, ਬਿਲਕੁਲ ਕੁਝ ਵੀ ਨਹੀਂ ਹੋਏਗਾ। ਤੀਸਰਾ, ਤੁਸੀਂ ਖਰੀਦਾਰੀ ਤਸੱਲੀ ਨਾਲ ਔਰ ਆਰਾਮ ਨਾਲ ਕਰਨੀ ਹੈ। ਇਹ 3 ਵਜੂਹਾਤ ਇੰਤਹਾਈ ਆਸਾਨ ਇਹਨਾਂ 'ਤੇ ਕੰਟਰੋਲ ਕਰਨਾ। ਅਗਰ ਤੁਸੀਂ ਕਰ ਲਓਗੇ ਤਾਂ ਇਨਸ਼ਾਅੱਲਾ ਤਾਲਾ ਤੁਹਾਡੀ ਫਾਰਮਿੰਗ ਕਦੇ ਵੀ ਨਾਕਾਮ ਨਹੀਂ ਹੋਏਗੀ।
ਔਰ ਅਗਰ ਤੁਸੀਂ ਆਪਣੇ ਇਹਦੇ 'ਚੋਂ ਸਿਰਫ ਇੱਕ ਚੀਜ਼ ਅਖਰਾਜਾਤ ਹੀ ਕੰਟਰੋਲ ਨਹੀਂ ਕਰਦੇ, ਹੇ ਜਾਂ ਵੰਡੇ ਤੇ ਬੱਕਰੀ ਪਾਲਣਾ ਚਾਹ ਰਹੇ ਹੋ ਵੀ ਪੂਰਾ ਸਾਲ, ਤੇ ਮੈਂ ਭਰਾਵਾਂ ਨੂੰ ਗਾਰੰਟੀ ਦੇ ਦੇਣਾ ਇਸ ਗੱਲ ਤੇ, ਅੱਜ ਐਤਵਾਰ ਕਰ ਲਓ ਜਾਂ 3 ਸਾਲ 4 ਸਾਲ ਨੁਕਸਾਨ ਕਰਕੇ ਕਰ ਲਓ, ਬਿਲ ਆਖਰ ਤੁਸੀਂ ਮੇਰੀ ਗੱਲ ਦੀ ਫੇਵਰ ਕਰੋਗੇ ਕਿ ਮੈਂ ਸਹੀ ਕਹਿ ਰਿਹਾ ਸਾਂ। ਹਕਾਇਕ ਭਰਾਵਾਂ ਨੂੰ ਦੱਸ ਦਿੱਤੇ। ਮਿਲਦੇ ਅਗਲੀ ਵੀਡੀਓ।